ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਵਡਭਾਗੀ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ, ਅੰਮ੍ਰਿਤ ਬਾਣੀਆਂ ਦੇ ਜਾਪ, ਭਾਈ ਸਾਹਿਬ ਜੀ ਕੋਲ ਰੱਬੀ ਰਾਹੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਵਡਭਾਗੇ ਆਪ ਜੀ ਨੇ ਅੱਜ ਸੰਗਰਾਮ ਦਾ ਦਿਨ ਹੈ, ਮਾਘ ਦਾ ਮਹੀਨਾ ਚੜ੍ਹਿਆ ਹੈ। ਇਸ ਦਿਨ ਲੋਕ ਸਦੀਆਂ ਤੋਂ ਦਾਨ ਪੁੰਨ ਕਰਨਾ, ਤੀਰਥਾਂ ਦੇ ਇਸ਼ਨਾਨ ਕਰਨੇ, ਕਈ ਤਰ੍ਹਾਂ ਦੇ ਕਰਮ ਕਰਨੇ, ਉਸ ਕਰਮਾਂ ਨੂੰ ਉਹ ਬਹੁਤ ਅੱਛਾ ਸਮਝਿਆ ਜਾਂਦਾ ਹੈ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਬਖਸ਼ਿਸ਼ ਕੀਤੀ। ਮਹੀਨਾ ਚਾਹੇ ਕੋਈ ਵੀ ਹੋਵੇ, ਪਿਛਲਾ ਮਹੀਨਾ ਪੋਹ ਦਾ ਚੜ੍ਹਿਆ, ਸਮਾਪਤ ਹੋਇਆ ਹੈ। ਪੋਹ ਦੇ ਮਹੀਨੇ ਵਿੱਚ ਹੀ ਮਹਾਰਾਜ ਨੇ ਇਹ ਕਿਰਪਾ ਕੀਤੀ ਪਰ ਤੁਸੀਂ ਨਾਮ ਜਪਣ ਦੇ ਨਾਲ ਹੀ ਸਾਰੇ ਸੁੱਖ ਤੇ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਉਹ ਪੋਹ ਦਾ ਮਹੀਨਾ ਉਹਨਾਂ ਵਾਸਤੇ ਸੁੱਖ ਵਾਲਾ ਹੋ ਗਿਆ ਜਿਸ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ, ਮਿਹਰ ਕੀਤੀ। ਵਾਹਿਗੁਰੂ ਨੇ ਉਹਨਾਂ ਦਾ ਮਹੀਨਾ ਸੁੱਖ ਦਾ ਹੋ ਗਿਆ। ਅੱਗੋਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਾਘ ਦੇ ਮਹੀਨੇ ਦੇ ਵਿੱਚ ਲੋਕ ਤੀਰਥਾਂ ਦੇ ਇਸ਼ਨਾਨ ਕਰਦੇ ਨੇ, ਦਾਨ ਪੁੰਨ ਕਰਦੇ ਨੇ, ਹੋਰ ਕਈ ਤਰ੍ਹਾਂ ਦੀਆਂ ਪੂਜਾਵਾਂ ਕਰਦੇ ਨੇ। ਉਸ ਨੂੰ ਅੱਛਾ ਸਗਨ ਸਮਝਿਆ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਭਾਈ ਗੁਰਸਿੱਖ ਵਾਸਤੇ ਤਾਂ ਸਤ ਸੰਗਤ ਹੀ ਤੀਰਥ ਹੈ, ਸਤ ਸੰਗਤ ਹੀ ਸਰੋਵਰ ਹੈ। ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ, ਤੇ ਇਸ ਤਰ੍ਹਾਂ ਕਰਨ ਨਾਲ ਜਨਮਾਂ ਦੇ ਜਿਹੜੇ ਪਾਪ ਹੈ ਨਾ ਉਹ ਮਿਟ ਜਾਂਦੇ ਹਨ, ਮਨ ਨਿਰਮਲ ਹੋ ਜਾਂਦਾ ਹੈ। ਆਪ ਵੀ ਜਪ, ਜੇ ਦਾਨ ਕਰਨਾ ਹੈ ਨਾ, ਸਭ ਤੋਂ ਵੱਡਾ ਦਾਨ ਹੈ ਕਿਸੇ ਨੂੰ ਸਤ ਸੰਗਤ ਦੇ ਵਿੱਚ ਲੈ ਕੇ ਆ ਜਾਣਾ, ਗੁਰੂ ਨਾਲ ਜੋੜ ਦੇਣਾ, ਸਭ ਤੋਂ ਵੱਡਾ ਦਾਨ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਵੱਡੀ ਸੰਸਾਰ ਦੇ ਉੱਤੇ ਕਿਰਪਾ ਕੀਤੀ ਹੈ। ਮਾਘ ਮੰਜਣ ਸੰਗ ਸਾਧੂਆਂ, ਮਾਘ ਦੇ ਮਹੀਨੇ ਦੇ ਵਿੱਚ ਸਤ ਸੰਗਤ ਦੇ ਵਿੱਚ ਆ ਕੇ ਧੂੜੀ ਕਰ ਇਸ਼ਨਾਨ, ਸਤ ਸੰਗਤ ਦੇ ਵਿੱਚ ਪ੍ਰੇਮ ਭਾਵਨਾ ਨਿਮਰਤਾ ਨਾਲ ਬੈਠ ਕੇ ਉਨ ਸੰਗਤਾਂ ਦੀ ਸੇਵਾ ਕਰ, ਤੇ ਹਰ ਕਾ ਨਾਮ ਧਿਆਏ ਤੂੰ ਸਭਨਾ ਨੂੰ ਕਰ ਦਾਨ। ਜੇ ਦਾਨ ਕਰਨਾ ਹੈ ਤੇ ਪਰਮੇਸ਼ਰ ਦਾ ਨਾਮ ਜਪ, ਸਤ ਸੰਗਤ ਵਿੱਚ ਆ ਕੇ ਤੇ ਹੋਰਾਂ ਨੂੰ ਵੀ ਜਪਾ। ਇਹ ਸਭ ਤੋਂ ਵੱਡਾ ਕਰਮ ਹੈ ਤੇ ਸਭ ਤੋਂ ਵੱਡਾ ਇਹ ਪਰਮਾਤਮਾ ਦੇ ਨਾਮ ਜਪਣ ਨਾਲ ਜੀਵਨ ਜਿਹੜਾ ਹੈ ਨਿਰਮਲ ਹੋ ਜਾਏਗਾ। ਇਹ ਤਰੀਕਾ ਹੈ ਜੀਵਨ ਨੂੰ ਸੁਧਾਰਨ ਵਾਸਤੇ, ਇਹ ਤਰੀਕਾ ਹੈ ਮਨ ਦੀ ਮੈਲ ਲੈਣ ਵਾਸਤੇ। ਕਰੋੜਾਂ ਤੀਰਥਾਂ ਦੇ ਇਸ਼ਨਾਨ ਕੋਈ ਕਰ ਲਵੇ, ਦਾਨ ਪੁੰਨ ਕਰ ਲਵੇ, ਪਰ ਮਹਾਰਾਜ ਕਹਿੰਦੇ ਉਹਨਾਂ ਨੂੰ ਤਿਲ ਜਿੰਨਾ ਮਾਣ ਮਿਲਦਾ ਹੈ ਜੇ ਨਾਮ ਸਿਮਰਨ ਨਹੀਂ ਕਰਦੇ। ਤੀਰਥ ਤਪ ਦਿਆ ਗਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਤੀਰਥਾਂ ਦੇ ਇਸ਼ਨਾਨ ਕੀਤੇ, ਦਇਆ ਕੀਤੀ, ਤਪ ਕੀਤੇ,
ਪਰ ਇਹਦਾ ਜਿਹੜਾ ਤਿਲ ਜਿੰਨਾ ਹੀ ਉਹਨੂੰ ਮਾਣ ਮਿਲਦਾ ਹੈ। ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਸਾਧ ਸੰਗਤ ਨਹੀਂ ਗਏ, ਲੇਕਿਨ ਤੀਰਥਾਂ ਦੇ ਇਸ਼ਨਾਨ ਕੀਤੇ, ਜੀਵਾਂ ਤੇ ਦਇਆ ਕਰ ਲੈਣੀ, ਚੰਗਾ ਕਰਮ ਹੈ। ਪਰ ਮਾਰੇ ਕਹਿੰਦੇ ਉਹਨਾਂ ਨੂੰ ਤਿਲ ਜਿੰਨਾ ਮਾਣ ਮਿਲੇਗਾ। ਪਰ ਜਿਨ੍ਹਾਂ ਨੇ ਨਾਮ ਜਪਿਆ, ਸਾਧ ਸੰਗਤ 'ਚ ਆ ਕੇ ਉਹਨਾਂ ਦਾ ਜੀਵਨ ਨਿਰਮਲ ਤੇ ਪਵਿੱਤਰ ਹੋ ਗਿਆ। ਜਪਜੀ ਸਾਹਿਬ ਦੇ ਵਿੱਚ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਰਹੇ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਸੁਨਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸੁਣਿਆ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣਿਆ ਤੇ ਮੰਨਿਆ, ਸੁਣ ਲੈਣਾ ਤੇ ਮੰਨ ਲੈਣਾ, ਤੇ ਉਹਨਾਂ ਨੇ ਸਮਝ ਲਓ ਵੀ ਅੰਦਰਲੇ ਤੀਰਥ ਆਪਣੇ ਮਨ ਦੇ ਇਸ਼ਨਾਨ ਕਰ ਲਏ। ਸੁਣਿਆ ਮੰਨਿਆ ਮਨ ਕੀਤਾ ਭਾਉ, ਮਨ ਦੇ ਵਿੱਚ ਭਾਉ, ਮਨ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ। ਅੰਤਰਗਤ ਤੀਰਥ ਮਲ ਨਾਉ, ਉਹਨਾਂ ਨੇ ਅੰਤਰਗਤ ਮਤਲਬ ਅੰਦਰਲੇ ਆਪਣੇ ਆਤਮਾ ਨੂੰ, ਆਪਣੇ ਮਨ ਨੂੰ ਤੀਰਥਾਂ ਦਾ ਇਸ਼ਨਾਨ ਕਰ ਲਿਆ। ਉਹਨਾਂ ਦਾ ਜਿਹੜਾ ਮਨ ਨਿਰਮਲ ਹੋ ਗਿਆ। ਇਹ ਤਰੀਕਾ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਨੇ, ਜੋ ਸਿੱਖੀ ਦਾ ਸਿਧਾਂਤ ਹੈ। ਹੁਣ ਪਹਿਲੀ ਪੌੜੀ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਕਿ ਵੀ ਸਚਿਆਰਾ ਹੋਈਐ ਕਿ ਪੂਰੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਸਚਿਆਰਾ ਤਾਂ ਸਾਰੇ ਹੋਣ ਨੂੰ ਫਿਰਦੇ ਨੇ, ਪਰ ਜੇ ਸਹੀ ਤਰੀਕੇ ਨਾਲ ਕੋਈ ਵੀ ਕੰਮ ਕੀਤਾ ਹੋਏ, ਉਹ ਕੰਮ ਜਿਹੜਾ ਨਾ ਸਹੀ ਤਰੀਕੇ ਨਾਲ ਵਿਚਾਰ ਨਾਲ ਉਹ ਕੰਮ ਸਿਰੇ ਚੜ੍ਹਦਾ ਹੈ। ਅਤੇ ਜੇ ਅਸੀਂ ਇੱਕ ਦੂਜੇ ਦੇ ਮਗਰ ਲੱਗ ਕੇ ਉਹ ਕੰਮ ਕਰਦੇ ਹਾਂ, ਚਾਹੇ ਉਹ ਕੰਮ ਕੋਈ ਗਲਤ ਕਰ ਰਿਹਾ, ਕੁਛ ਕਰ ਰਿਹਾ, ਉਹਦੇ ਮਗਰ ਲੱਗ ਕੇ ਕਰਦੇ ਹਨ, ਤਾਂ ਉਹ ਕੰਮ ਸਫਲ ਨਹੀਂ ਹੁੰਦਾ, ਉਹਦਾ ਨੁਕਸਾਨ ਹੁੰਦਾ ਹੈ। ਮਹਾਰਾਜ ਕਹਿੰਦੇ ਸਚਿਆਰਾ ਹੋਣਾ ਹੈ ਤਾਂ ਇਹ ਜਿਹੜੀ ਜਨਮਾਂ ਜਨਮਾਂ ਦੀ ਕੂੜ ਦੀ ਦੀਵਾਰ ਹੈ ਨਾ ਸਾਡੇ ਅੰਦਰ, ਹੰਕਾਰ ਦੀ, ਹਉਮੈ ਦੀ, ਜਿੰਨਾ ਚਿਰ ਉਹ ਪੌਲ ਟੁੱਟਦੀ ਨਹੀਂ ਨਾ, ਉਹਨਾਂ ਚਿਰ ਇਹ ਸੂਰਤ ਅਤੇ ਸ਼ਬਦ ਦੇ ਨਾਲ ਮਿਲਾਪ ਨਹੀਂ ਹੁੰਦਾ। ਜਿੰਨਾ ਚਿਰ ਦੀਵਾਰ ਟੁੱਟੇਗੀ ਅਤੇ ਸ਼ਬਦ ਅਤੇ ਸੂਰਤ ਦਾ ਮਿਲਾਪ ਹੋਏਗਾ, ਅਤੇ ਫਿਰ ਜੀਵਨ ਜਿਹੜਾ ਹੈ ਨਾ, ਕਿਰਦਾਰ ਜੀਵਨ ਨਿਰਮਲ ਹੋ ਜਾਏਗਾ। ਮਹਾਰਾਜ ਨੇ ਸਿੱਖ ਨੂੰ ਪ੍ਰੈਕਟੀਕਲ ਸਿਸਟਮ ਦੇ ਨਾਲ ਜੀਵਨ ਨੂੰ ਤਬਦੀਲ ਕਰਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਵੇਖੋ ਵੇਖੀ ਨਹੀਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਦੇ ਮੰਨਣਾ, ਰਜਾ ਵਿੱਚ ਚੱਲਣਾ, ਇਹੀ ਹੈ ਜੀਵਨ ਦਾ ਸਿਧਾਂਤ ਅਤੇ ਇਹੀ ਹੈ ਸਿੱਖੀ ਦਾ ਸਿਧਾਂਤ। ਕਿਉਂਕਿ ਜਿੰਨਾ ਚਿਰ ਤੂੰ ਆਪਣੇ ਜੀਵਨ ਨੂੰ ਪ੍ਰੈਕਟੀਕਲ ਸਿਸਟਮ ਦੇ ਨਾਲ ਨਹੀਂ ਚਲਾਉਂਦਾ, ਉਨਾ ਚਿਰ ਤੇਰੇ ਜੀਵਨ 'ਚ ਬਦਲਾਅ ਨਹੀਂ ਆ ਸਕਦਾ, ਚਾਹੇ ਤੂੰ ਕਰੋੜਾਂ ਤੀਰਥਾਂ ਦੀ ਇਸ਼ਨਾਨ ਕਰ ਲੈ। ਧਰਮ ਕਰਮ ਪਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੂਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਸੰਤੋ ਸਾਗਰ ਪਾਰ ਧਰਿਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਹੁਣ ਜਨਮ ਧਰਮ ਦੇ ਕਰਮ ਤੇ ਬੜੇ ਕੀਤੇ, ਆਪਣੇ ਮਨ ਮਗਰ ਲੱਗ ਕੇ ਜਨਮ ਦੇ ਆਪਣੇ ਜਨਮ ਦੇ ਵਿੱਚ, ਪਰ ਉਹ ਜਿਹੜੇ ਕਰਮ ਕੀਤੇ ਹੋਏ, ਕੀਤੇ ਤਾਂ ਬਹੁਤ, ਮਿਹਨਤ ਤਾਂ ਬੜੀ ਕੀਤੀ, ਪਰ ਪ੍ਰਾਪਤੀ ਨਹੀਂ ਹੋਈ। ਉਲਟਾ ਸਗੋਂ ਕੀ ਹੋਇਆ ਕਿ ਉਹ ਜਿਹੜੇ ਸਵਾਸ ਸਨ, ਜਿਹੜੇ ਨਾਮ ਤੋਂ ਖਾਲੀ ਚਲੇ ਗਏ, ਉਹਦਾ ਹਿਸਾਬ ਕਿਤਾਬ ਦੇਣਾ ਪੈ ਗਿਆ। ਜਮ ਜਾਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਜਿਹੜਾ ਬੰਦਾ ਆਪਣੇ ਮਨ ਮਗਰ ਲਾ ਕੇ ਬਾਹਰਲੇ ਕਰਮ ਕਰਦਾ ਹੈ, ਤੀਰਥਾਂ ਦੇ ਇਸ਼ਨਾਨ ਕਰਦਾ, ਤਪ ਕਰਦਾ, ਦਾਨ ਪੁੰਨ ਕਰਦਾ, ਪਰ ਨਾਮ ਨਹੀਂ ਜਪਦਾ, ਸਾਧ ਸੰਗਤ ਨਹੀਂ ਆਉਂਦਾ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਅਤੇ ਉਹਨੂੰ ਫਿਰ ਜਮ ਜਾਗਾਤੀ ਲੁੱਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਨਿਰਵਾਣ ਦਾ ਮਤਲਬ ਵੀ ਇੱਕ ਚਿੱਤ ਹੋ ਕੇ
ਸਾਰੀਆਂ ਇੱਛਾ ਨੂੰ ਮਿਟਾ ਕੇ ਗੁਰੂ ਅੱਗੇ, ਸਤਿਗੁਰ ਦੇ ਅੱਗੇ ਨਮਸਕਾਰ ਹੋ ਜਾਏ ਤਾਂ ਇੱਕ ਅੱਖ ਦੇ ਝਮਕੇ ਦੇ ਸਮੇਂ ਦੇ ਵਿੱਚ ਹੀ ਜੀਵਨ ਦੇ ਵਿੱਚ ਬਦਲਾਅ ਆ ਜਾਂਦਾ ਹੈ। ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਕਿੰਨਾ ਸੰਸਾਰ ਦੇ ਉੱਤੇ ਬਖਸ਼ਿਸ਼ ਤੇ ਮਿਹਰ ਕੀਤੀ ਹੈ। ਸਦੀਆਂ ਤੋਂ ਲੋਕ ਇੱਕ ਦੂਜੇ ਮਗਰ ਲਾ ਕੇ ਧਰਮ ਕਰਮ ਕਰਦੇ ਨੇ। ਕੋਈ ਤੀਰਥਾਂ ਦੇ ਇਸ਼ਨਾਨ ਕਰਦਾ ਹੈ, ਕੋਈ ਪਿੱਪਲਾਂ ਦੀ ਪੂਜਾ ਕਰਦਾ ਹੈ, ਕੋਈ ਦੇਵਤਿਆਂ ਦੀ ਪੂਜਾ ਕਰਦਾ ਹੈ, ਕੋਈ ਮੜੀਆਂ ਜਾ ਕੇ ਦੀਵੇ ਜਗਾਉਂਦਾ ਹੈ। ਇਹ ਸਭ ਕੰਮ ਜਿਹੜੇ ਨਿਫਲ ਹਨ। ਸਿਰਫ ਤਾਂ ਸਿਰਫ ਵਾਹਿਗੁਰੂ ਦਾ ਸਿਮਰਨ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਨਾਲ ਜੁੜ, ਤੇਰੇ ਜੀਵਨ 'ਚ ਬਦਲਾਅ ਆਏਗਾ, ਤੇਰੇ ਅੰਦਰ ਦਇਆ ਆਏਗੀ, ਤੇਰੇ ਅੰਦਰ ਸੰਤੋਖ ਆਏਗਾ, ਤੇਰੇ ਅੰਦਰ ਧੀਰਜ ਆਏਗਾ, ਤੇਰੇ ਜੀਵਨ ਦੇ ਵਿੱਚ ਬਦਲਾਅ ਆਏਗਾ, ਤੇਰਾ ਜੀਵਨ ਪਵਿੱਤਰ ਹੋ ਜਾਏਗਾ। ਨਿਮਕ ਸਿਮਰਤ ਜਿਦ ਛੂਟੇ ਸੰਤੋ ਸਾਗਰ ਪਾਰ ਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਜੇ ਕੋਈ ਬਚਨ ਕਮਾਵੇ ਸੰਤਨ ਕਾ, ਜੇ ਕੋਈ ਬਚਨ ਕਮਾਵੇ ਗੁਰਮੁਖਾਂ ਦਾ, ਸਾਧ ਸੰਗਤ ਵਿੱਚ ਆ ਕੇ ਜਿੱਦਾਂ ਮਹਾਰਾਜ ਨੇ ਕਹਿਣਾ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ ਸਭਨਾ ਨੂੰ ਕਰ ਦਾਨ। ਸਤ ਸੰਗਤ ਵਿੱਚ ਆ ਕੇ ਨਿਮਰਤਾ ਸਹਿਤ ਇੱਕ ਮਨ ਹੋ ਕੇ ਤੂੰ ਵਾਹਿਗੁਰੂ ਦਾ ਨਾਮ ਧਿਆ ਤੇ ਦੂਜਿਆਂ ਨੂੰ ਵੀ ਨਾਮ ਨਾਲ ਜੋੜ। ਤੇ ਸਭ ਤੋਂ ਵੱਡਾ ਦਾਨ ਇਹ ਹੈ, ਸਭ ਤੋਂ ਵੱਡਾ ਦਾਨ ਇਹ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਾਤ ਮੰਜ਼ਰ ਕੰਚਨ ਕੇ ਉਸਾਰ ਦੀਨੇ, ਤੈਸਾ ਦਾਨ ਇੱਕ ਸਿੱਖ ਕੋ ਸ਼ਬਦ ਸੁਖਾਏਗਾ। ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਜੇ ਕੋਈ ਸੱਤ ਮੰਦਰ ਸੋਨੇ ਦੇ ਬਣਾ ਲਵੇ, ਪਰ ਜੇ ਕੋਈ ਉਹ ਬੜਾ ਵੱਡਾ ਕੰਮ ਮੰਨਿਆ ਜਾਏਗਾ ਦੁਨੀਆ 'ਚ, ਉਹਨੂੰ ਬੜਾ ਲੋਕ ਚੰਗਾ ਕਹਿਣਗੇ, ਪਰ ਇੱਕ ਸਿੱਖ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਦੇ ਤੇ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਉਹ ਵੱਡਾ ਦਾਨ ਹੈ। ਇੱਕ ਸ਼ਬਦ ਸਿੱਖ ਕੋ ਸਿਖਾਏਗਾ। ਇੱਕ ਸ਼ਬਦ ਨਾਲ ਕਿਸੇ ਨੂੰ ਜੋੜ ਦਿੱਤਾ ਜਾਵੇ, ਗੁਰੂ ਦੇ ਸ਼ਬਦ ਨਾਲ ਜੋੜਤਾ ਜਾਵੇ, ਇਹ ਸਭ ਤੋਂ ਵੱਡਾ ਦਾਨ ਹੈ। ਇਹਨੂੰ ਦਾਨ ਮਹਾਰਾਜ ਨੇ ਕਿਹਾ ਗਿਆ। ਹਰ ਕਾ ਨਾਮ ਧਿਆਏ ਸੁਨ, ਹਰੀ ਪਰਮਾਤਮਾ ਦਾ ਨਾਮ ਧਿਆਏ, ਪਰਮਾਤਮਾ ਦੇ ਨਾਮ 'ਚ ਤੇਰਾ ਧਿਆਨ ਜੁੜਿਆ ਰਵੇ ਤੇ ਸੁਣ ਸਭਨਾ ਨੂੰ ਕਰ ਦਾਨ। ਇਸੇ ਤਰ੍ਹਾਂ ਇਹ ਸਾਰਿਆਂ ਨੂੰ ਉਹ ਦਾਨ ਕਰ ਜਿਹਦੇ ਨਾਲ ਕੋਈ ਜਨਮਾਂ ਦਾ ਵਿਛੜਿਆ ਹੋਇਆ ਗੁਰੂ ਨਾਲ ਜੁੜ ਜਾਏ। ਸਭ ਤੋਂ ਵੱਡਾ ਦਾਨ ਇਹੀ ਹੈ। ਇਸ ਨੂੰ ਦਾਨ ਮੰਨਿਆ ਗਿਆ ਮਹਾਰਾਜ ਨੇ। ਜੇ ਕੋਈ ਨਾਮ ਨਹੀਂ ਜਪਦਾ, ਸਤਸੰਗ ਵਿੱਚ ਨਹੀਂ ਆਉਂਦਾ, ਤੇ ਬਾਹਰਲੇ ਕਰਮ ਲੋਕਾਂ ਨੂੰ ਵਿਖਾਵਾ ਕਰਦਾ ਹੈ। ਉੱਦਾਂ ਕਰਨ ਨਾਲ ਮਹਾਰਾਜ ਕਹਿੰਦੇ ਨੇ ਵੀ ਇਹਦੀ ਕੋਈ ਅਹਿਮੀਅਤ ਨਹੀਂ ਹੈ ਪਰਮਾਤਮਾ ਦੇ ਘਰ ਦੇ ਵਿੱਚ। ਪਰਮਾਤਮਾ ਦੇ ਘਰ ਦੇ ਵਿੱਚ ਨਾਮ ਜਪਣ ਨਾਲ ਹੀ ਮੁੱਲ ਪੈਣਾ ਹੈ। ਬਨਾਸੀ ਤਪ ਕਰੇ ਉਲਟ ਤੀਰਥ ਮਰੇ, ਅਸਮੇ ਜਗ ਕੀਜੇ ਸੋਨਾ ਗਰਭ ਦਾਨ ਦੀਜੇ। ਤੀਰਥਾਂ ਦੇ ਬਹਿ ਕੇ ਇਸ਼ਨਾਨ ਕਰੇ ਤੇ ਉੱਥੇ ਘਰ ਬਣਾ ਲਵੇ, ਇਸ਼ਨਾਨ ਕਰ ਕੇ ਆਪਣੇ ਪ੍ਰਾਣ ਵੀ ਤਿਆਗ ਦੇਵੇ। ਇਸ ਤੋਂ ਵੱਡਾ ਕੋਈ ਕੰਮ ਹੈ? ਬਨਾਸੀ ਤਪ ਕਰੇ ਉਲਟ ਤੀਰਥ ਮਰੇ, ਅਸਮੇ ਜਗ ਕਰੇ। ਅਸਮੇ ਜਗ ਜਿਹੜਾ ਸਭ ਤੋਂ ਵੱਡਾ, ਬਹੁਤ ਵੱਡਾ ਜਗ ਮੰਨਿਆ, ਉਹ ਵੀ ਕਰੇ, ਜਿਹਦੇ ਘੋੜੇ ਦਾਨ ਕੀਤੇ ਜਾਂਦੇ ਹਨ, ਸੋਨਾ ਦਾਨ ਕੀਤਾ ਜਾਂਦਾ ਹੈ। ਕਾਇਆ ਕਲਪ ਕੀਜੇ ਅਸਮੇ ਜਗ ਕੀਜੇ, ਸੋਨਾ ਗਰਭ ਦਾਨ ਦੀਜੇ। ਛੋੜ ਛੋਰੇ ਪਖੰਡੀ ਮਨ ਕਪਟ ਨਾ ਕੀਜੇ, ਹਰ ਕਾ ਨਾਮ ਨਿਤ ਲੀਜੇ। ਜੇ ਨਾਮ ਨਹੀਂ ਜਪਿਆ ਤੇ ਲੋਕਾਂ ਨੂੰ ਵਿਖਾਵਾ ਕਰ ਰਿਹਾ ਹੈ, ਪਰ ਮਹਾਰਾਜ ਕਹਿੰਦੇ ਇੱਕ ਪਖੰਡ ਬਣ ਜਾਏਗਾ। ਛੋੜ ਐਸੇ ਪਖੰਡ ਨੂੰ, ਰੋਜ਼ ਨਾਮ ਜਪਿਆ ਕਰ, ਵਾਹਿਗੁਰੂ ਸਿਮਰਨ ਕਰਿਆ ਕਰ, ਸਾਧ ਸੰਗਤ 'ਚ ਆਇਆ ਕਰ। ਇਸ ਤੋਂ ਵੱਡਾ ਕੋਈ ਕਰਮ ਨਹੀਂ ਹੈ। ਇਹਦੇ ਨਾਲ ਤੇਰੇ ਜੀਵਨ 'ਚ ਬਦਲਾਅ ਹੋਣਾ, ਇਹਦੇ ਨਾਲ ਤੇਰੇ ਜੀਵਨ ਵਿੱਚ ਬਖਸ਼ਿਸ਼ ਹੋਣੀ ਹੈ।
ਅੱਜ ਸੰਗਰਾਂਦ ਦਾ ਦਿਨ ਹੈ, ਮਾਘ ਦਾ ਮਹੀਨਾ ਚੜ੍ਹਿਆ ਤੇ ਅੱਜ ਦੇ ਦਿਨ ਹੀ ਮਾਘੀ ਦਾ ਦਿਨ ਮਨਾਇਆ ਜਾਂਦਾ ਹੈ। ਸਾਡੇ ਸਿੱਖ ਇਤਿਹਾਸ ਦੇ ਵਿੱਚ ਮੁਕਤਸਰ ਦੀ ਧਰਤੀ ਦੇ ਉੱਤੇ ਬੜਾ ਵੱਡਾ ਮੇਲਾ ਲੱਗਦਾ ਹੈ। 40 ਮੁਕਤਿਆਂ ਦੀ ਧਰਤੀ ਹੈ। ਇੱਥੇ ਸ਼ਾਹੀ ਫੌਜਾਂ ਨਾਲ, ਔਰੰਗਜ਼ੇਬ ਦੀ ਫੌਜਾਂ ਨਾਲ ਜੰਗ ਹੋਈ। 10ਵੇਂ ਪਾਤਸ਼ਾਹ ਦੀ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ, ਇਹ ਜੰਗ ਦੇ ਵਿੱਚ ਜਿੱਤ ਪ੍ਰਾਪਤ ਹੋਈ। ਬਹੁਤ ਸਾਰੇ ਸਿੰਘ ਸ਼ਹੀਦ ਹੋਏ। ਇਹਦਾ ਜਿਹੜਾ ਪਿਛੋਕੜ ਹੈ, ਇਤਿਹਾਸਕਾਰ ਇਹ ਗੱਲ ਨੂੰ ਮੰਨਦੇ ਨੇ ਭਈ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਸੀ, 6 ਮਹੀਨੇ ਤੱਕ ਘੇਰਾ ਪਿਆ ਰਿਹਾ ਹੈ। ਵਿੱਚੋਂ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਭੁੱਖ ਕਾਰਨ। ਬਹੁਤ ਸਾਰੇ ਕਮਜ਼ੋਰ ਹੋ ਗਏ ਤੇ ਉਹਨਾਂ ਵਿੱਚੋਂ ਕੁਝ ਸਿੱਖ ਜਿਹੜੇ ਸਨ ਨਾ, ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਕਹਿ ਕੇ ਆਏ ਸੀ, ਮਹਾਰਾਜ ਸਾਨੂੰ ਇਜਾਜ਼ਤ ਦਿੱਤੀ ਜਾਵੇ, ਅਸੀਂ ਆਪਣੇ ਘਰਾਂ ਨੂੰ ਚਲੇ ਜਾਈਏ, ਸਾਡੇ ਕੋਲ ਹੁਣ ਇਹ ਭੁੱਖ ਬਰਦਾਸ਼ਤ ਨਹੀਂ ਹੁੰਦੀ। ਤੇ ਮੇਰੇ ਪਾਤਸ਼ਾਹ ਬਾਜਾਂ ਵਾਲੇ ਨੇ ਕਿਹਾ, ਭਾਈ ਠੀਕ ਹੈ ਤੁਸੀਂ ਜਾ ਸਕਦੇ ਹੋ, ਪਰ ਮੈਨੂੰ ਇੱਕ ਲਿਖ ਕੇ ਬਤਾਵਾ ਦੇ ਦਿਓ। ਉੱਥੇ ਫਿਰ ਉਹਨਾਂ ਨੇ ਲਿਖਿਆ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ, ਤੇ ਅਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹਾਂ। ਇਹ ਲਿਖ ਕੇ ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੂੰ ਇਜਾਜ਼ਤ ਦਿੱਤੀ, ਜਾਓ ਭਾਈ ਤੁਸੀਂ ਆਪਣੇ ਘਰ। ਉਹ ਬਤਾਵਾ ਮਹਾਰਾਜ ਜੀ ਨੇ ਆਪਣੇ ਕੋਲ ਰੱਖ ਲਿਆ। ਸਮਾਂ ਬੀਤ ਗਿਆ। ਸਤਿਗੁਰੂ ਮਹਾਰਾਜ ਨੇ ਉਹ ਆਪਣੇ ਘਰੋਂ ਚਲੇ ਗਏ ਤੇ ਅਨੰਦਪੁਰ ਸਾਹਿਬ ਦਾ ਕਿਲਾ ਸਤਿਗੁਰੂ ਜੀ ਨੇ ਛੱਡਿਆ। ਕਰਸਾਨ ਦਾ ਯੁੱਧ ਹੋਇਆ। ਸਰਸਾ ਨਦੀ ਦੇ ਕੰਢੇ ਤੇ ਮਹਾਰਾਜ ਨੇ ਦੀਵਾਨ ਲਗਾਇਆ। ਉਸ ਥਾਂ ਤੇ ਬੜਾ ਤਕੜਾ ਬਹੁਤ ਵੱਡਾ ਯੁੱਧ ਹੋਇਆ। ਭਾਈ ਉਦੇ ਸਿੰਘ ਸ਼ਹੀਦ ਹੋਏ, ਭਾਈ ਮਣੀ ਸਿੰਘ ਦੇ ਪੁੱਤਰ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਸਰਸਾ ਨਦੀ ਪਾੜ ਕੀਤੀ ਸੱਚੇ ਪਾਤਸ਼ਾਹ ਜੀ ਨੇ। 3 ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ ਹਨ। 2 ਛੋਟੇ ਸਾਹਿਬਜ਼ਾਦੇ ਜੋਰਾਵਰ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਦੇ ਨਾਲ ਹਨ। ਉੱਥੋਂ ਵਿਛੜ ਗਏ ਤੇ ਗੁਰੂ ਦੇ ਮਹਿਲ ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਭਾਈ ਮਣੀ ਸਿੰਘ ਦੇ ਨਾਲ 3 ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਸ਼ਹੀਦ ਹੋ ਗਏ, ਉਹਨਾਂ ਨੂੰ ਨੀਹਾਂ 'ਚ ਚਿਣਾਇਆ ਗਿਆ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕੁਝ ਵਾਰ ਕੇ ਪੰਥ ਤੋਂ ਤੇ ਆਪ ਮਾਛੀਵਾੜੇ ਜੰਗਲਾਂ ਵਿੱਚ ਚਲੇ ਗਏ। ਉੱਥੇ ਭਾਈ ਗੁਲਾਬੇ ਦੇ ਬਾਗ ਦੇ ਵਿੱਚ ਪਤਾ ਲੱਗਾ ਕਿ ਭਾਈ ਗੁਲਾਬਾ ਆਇਆ। ਉੱਥੇ ਗੁਰੂ ਸਾਹਿਬ ਜੀ ਦੇ ਸਿੱਖ ਆਏ, ਭਾਈ ਦਇਆ ਸਿੰਘ, ਭਾਈ। ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗੁਲਾਬੇ ਦੇ ਘਰ ਗਏ। ਕੁਛ 2 ਦਿਨ ਰਹੇ। ਉਸ ਤੋਂ ਬਾਅਦ ਨਬੀ ਖਾਂ ਤੇ ਗਣੀ ਖਾਂ ਨੇ ਸੇਵਾ ਕੀਤੀ, ਆਪਣੇ ਘਰ ਲੈ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚ ਦਾ ਪੀਰ ਬਣਾ ਕੇ ਲੁਧਿਆਣਾ ਆਲਮਗੀਰ ਅਸਥਾਨ 'ਤੇ ਆਏ। ਉੱਥੇ ਭਾਈ ਨਗਾਇਆ ਸਿੰਘ ਨੇ ਗੁਰੂ ਸਾਹਿਬ ਜੀ ਘੋੜਾ ਭੇਟ ਕੀਤਾ। ਫਿਰ ਮਹਾਰਾਜ ਨੇ ਨਬੀ ਖਾਂ ਤੇ ਗਣੀ ਖਾਂ ਨੇ ਕਿਹਾ, ਜਾਓ ਭਾਈ ਤੁਸੀਂ ਬੜੀ ਸੇਵਾ ਕੀਤੀ, ਤੁਸੀਂ ਮੇਰੇ ਪੁੱਤਰਾਂ ਨਾਲੋਂ ਪਿਆਰੇ ਪੁੱਤਰ ਹੋ, ਤੁਸੀਂ ਇਜਾਜ਼ਤ ਦੇ ਕੇ ਮਹਾਰਾਜ ਨੇ ਭੇਜਿਆ। ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਚਲਦੇ ਹੋਏ ਰਾਏ ਕੱਲੇ ਦੇ ਕੋਲ ਪਹੁੰਚੇ। ਕੁਛ ਦਿਨ ਉੱਥੇ ਰਹੇ ਤੇ ਉੱਥੇ ਭਾਈ ਨੂਰੇ ਨੇ ਸਾਰੀ ਦਾਸਤਾਨ ਸੁਣਾਈ। ਭੇਜਿਆ ਗਿਆ ਉਹਨਾਂ ਨੂੰ ਸਰਹੰਦ ਦੇ ਵਿੱਚ। ਇੱਕ ਇੱਕ ਗੱਲ ਨੋਟ ਕਰਕੇ ਲੈ ਕੇ ਆਏ। ਬਾਜਾਂ ਵਾਲੇ ਪਾਤਸ਼ਾਹ ਜੀ ਨੇ ਸਾਰੀ ਦਾਸਤਾਨ ਸੁਣਾਈ ਤੇ ਗੁਰੂ ਸਾਹਿਬ ਜੀ ਨੇ ਉੱਥੇ ਫਿਰ ਆਪਣੇ ਤੀਰ ਦੇ ਨਾਲ ਇੱਕ ਕਾਹੀ ਦੇ ਬੂਟੇ ਨੂੰ ਜੜ ਤੋਂ ਪੱਟਿਆ ਤੇ ਕਿਹਾ ਵੀ ਮੁਗਲ ਰਾਜ ਦੀ ਜੜ ਪੱਟੀ ਗਈ ਹੈ।
ਰਾਏ ਕੱਲੇ ਨੇ ਕਿਹਾ, ਮਹਾਰਾਜ ਮੈਂ ਵੀ ਮੁਸਲਮਾਨ ਹਾਂ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੁਗਲ ਜ਼ਾਲਮ ਰਾਜ ਹੈ ਨਾ ਉਹਦੀ ਜੜ ਪੱਟੀ ਗਈ ਹੈ। ਤੁਸੀਂ ਤਾਂ ਮੇਰੀ ਬੜੀ ਸੇਵਾ ਕੀਤੀ ਹੈ, ਤੁਹਾਨੂੰ ਮੇਰੇ ਜਿਹੜੇ ਸਿੱਖ ਨੇ ਨਾ ਯਾਦ ਕਰਿਆ ਕਰਨਗੇ, ਤੁਹਾਨੂੰ ਤੁਹਾਡੀ ਸੇਵਾ ਹੈ, ਤੁਹਾਡਾ ਨਾਮ ਦੁਨੀਆ 'ਚ ਰਹੇਗਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਰਾ ਸਾਕਾ ਸੁਣਾਇਆ। ਉੱਥੇ ਫਿਰ ਮਹਾਰਾਜ ਨੇ ਉਹਨਾਂ ਨੂੰ ਕਈ ਨਿਸ਼ਾਨੀਆਂ ਦਿੱਤੀਆਂ। ਗੰਗਾ ਸਾਗਰ ਦਿੱਤਾ, ਸ਼ਸਤਰ ਦਿੱਤੇ, ਕਟਾਰ ਦਿੱਤੀ, ਨਿਸ਼ਾਨੀ ਦਿੱਤੀ ਦਸਮ ਪਾਤਸ਼ਾਹ ਨੇ ਰਾਏ ਕੱਲੇ। ਉੱਥੋਂ ਮਹਾਰਾਜ ਫਿਰ ਭਾਈ ਡੱਲੇ ਦੇ ਕੋਲ, ਚੌਧਰੀ ਡੱਲੇ ਦੇ ਕੋਲ ਉੱਥੇ ਜਾ ਕੇ ਕੁਛ ਸਮਾਂ ਬਤੀਤ ਕੀਤਾ। ਭਾਈ ਡੱਲੇ ਨੇ ਬੜੀ ਸੇਵਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹਦੇ ਮਨ 'ਚ ਵਿਚਾਰ ਹੈ ਕਿ ਗੁਰੂ ਸਾਹਿਬ ਦੇ ਕੋਲ ਸਿੱਖ ਸੰਗਤਾਂ ਆਉਂਦੀਆਂ ਹਨ ਅਤੇ ਬਖਸ਼ਿਸ਼ਾਂ ਲੈ ਕੇ ਜਾਂਦੀਆਂ ਹਨ ਅਤੇ ਮੈਂ ਵੀ ਕੋਈ ਬਖਸ਼ਿਸ਼ ਲਵਾਂ। ਉਹਦੇ ਮਨ 'ਚ ਇਹ ਵਿਚਾਰ ਸੀ ਕਿ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ 'ਚ ਪੀੜੀ ਜਿਹੀ ਜਗ੍ਹਾ ਦੇ ਦਿਓ। ਉਹ ਮੰਗਦਾ ਹੈ ਸਤਿਗੁਰੂ ਦੇ ਕੋਲੋਂ, ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਦਿਓ, ਪੀੜੀ ਜਿਹੀ ਜਗ੍ਹਾ ਦੇ ਦਿਓ। ਬਾਜਾਂ ਵਾਲੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਡਲਿਆ ਪਹਿਲਾਂ ਅੰਮ੍ਰਿਤ ਦੀ ਦਾਤ ਲੈ, ਤੂੰ ਸਾਨੂੰ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਛਕ ਤੇ ਤੂੰ ਪੀੜੀ ਦੀ ਗੱਲ ਜਗ੍ਹਾ ਕਹਿੰਦਾ, ਤੈਨੂੰ ਸਾਰੇ ਜਹਾਨ 'ਚ ਜਗ੍ਹਾ ਦੇ ਦੇਵਾਂਗੇ, ਸੱਚਖੰਡ ਜਗ੍ਹਾ ਦੇ ਦਾਂਗੇ, ਤੂੰ ਗੁਰੂ ਵਾਲਾ ਹੋ। ਸੇਵਾ ਤੂੰ ਬੜੀ ਕੀਤੀ ਹੈ, ਸਾਨੂੰ ਧਨ ਦਿੱਤਾ ਹੈ, ਘੋੜੇ ਵੀ ਭੇਟ ਕੀਤੇ ਹਨ, ਜ਼ਮੀਨ ਵੀ ਦਿੱਤੀ ਹੈ ਰਹਿਣ ਵਾਸਤੇ। ਬੋਲ ਕਿੰਨੀ ਜ਼ਮੀਨ ਚਾਹੀਦੀ ਹੈ, ਤੈਨੂੰ ਦੇ ਦਿੰਦੇ ਹਾਂ, ਧਨ ਵੀ ਦੇ ਦਿੰਦੇ ਹਾਂ, ਘੋੜੇ ਵੀ ਦੇ ਦਿੰਦੇ ਹਾਂ, ਪਰ ਜਿਹੜੀ ਪੀੜੀ ਦੀ ਜਗ੍ਹਾ ਮਿਲਣੀ ਹੈ ਨਾ, ਤੈਨੂੰ ਅਸੀਂ ਸਾਰੇ ਜਹਾਨ ਦੀ ਜਗ੍ਹਾ ਦੇ ਦੇਵਾਂਗੇ, ਪਰ ਗੁਰੂ ਵਾਲਾ ਹੋ ਕੇ ਅੰਮ੍ਰਿਤ ਛਕ ਕੇ ਤੂੰ ਤਿਆਰ ਬਰ ਤਿਆਰ ਹੋ ਪਰਿਵਾਰ ਸਮੇਤ, ਫਿਰ ਤੇਰੇ 'ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਏਗੀ। ਉਸਨੇ ਹੁਕਮ ਮੰਨਿਆ, ਅੰਮ੍ਰਿਤ ਛਕ ਕੇ ਡੱਲੇ ਤੋਂ ਡੱਲਾ ਸਿੰਘ ਬਣ ਗਿਆ। ਉਸ ਥਾਂ 'ਤੇ ਗੁਰਦੁਆਰਾ ਸਾਹਿਬ ਸੰਗਤਾਂ ਹਜ਼ਾਰਾਂ ਦੇ ਹਿਸਾਬ ਨਾਲ ਉੱਥੇ ਦਰਸ਼ਨ ਕਰਦੀਆਂ ਹਨ ਉਸ ਸਥਾਨ ਦੇ ਉੱਤੇ। ਇੱਥੋਂ ਫਿਰ ਮਹਾਰਾਜ ਅੱਗੇ ਗਏ ਹਨ, ਪਿੱਛੇ ਸ਼ਾਹੀ ਫੌਜਾਂ ਲੱਗੀਆਂ ਹੋਈਆਂ ਹਨ, ਔਰੰਗਜ਼ੇਬ ਦੀਆਂ, ਵਜੀਦ ਖਾਨ ਦੀਆਂ ਫੌਜਾਂ। ਇੱਥੇ ਫਿਰ ਖਤਰਾਨੇ ਦੀ ਢਾਬ ਉੱਚੀ ਜਗ੍ਹਾ ਸੀ, ਉੱਥੇ ਫਿਰ ਮਹਾਰਾਜ ਨੇ ਪਨਾਹ ਲਈ, ਉੱਚੀ ਜਗ੍ਹਾ ਹੈ, ਉੱਥੇ ਪਾਣੀ ਵੀ ਸੀ ਪੀਣ ਵਾਸਤੇ, ਸਿੱਖਾਂ ਵਾਸਤੇ। ਇੱਥੇ ਫਿਰ ਫੌਜਾਂ ਨੇ ਪਿੱਛਾ ਕੀਤਾ, ਮਗਰ ਫੌਜਾਂ ਲੱਗੀਆਂ ਹੋਈਆਂ ਹਨ। ਇੱਧਰ ਜਿਹੜੇ 40 ਸਿੱਖ ਜਿਹੜੇ ਸਨ ਘਰ ਜਦੋਂ ਪਰਤੇ ਨੇ ਤੇ ਘਰਦਿਆਂ ਨੇ ਲਾਹਨਤਾਂ ਪਾਈਆਂ ਨੇ ਕਿ ਤੁਹਾਨੂੰ ਘਰ ਵੀ ਜਗ੍ਹਾ ਨਹੀਂ ਮਿਲਣੀ, ਤੁਸੀਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਆਏ ਹੋ, ਜਿਨ੍ਹਾਂ ਨੇ ਆਪਣਾ ਸਾਰਾ ਕੁਛ ਹੀ ਵਾਰ ਦਿੱਤਾ ਪੰਥ ਦੀ ਖਾਤਰ, ਮਲਯੂਮਾਂ ਦੀ ਖਾਤਰ, ਤੇ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ, ਤੁਹਾਨੂੰ ਘਰ 'ਚ ਜਗ੍ਹਾ ਨਹੀਂ ਮਿਲ ਸਕਦੀ, ਵਾਪਸ ਹੀ ਮੁੜ ਜਾਓ। ਫਿਰ ਉਹਨਾਂ ਦੇ ਮਨ 'ਚ ਬੜਾ ਪਛਤਾਵਾ ਹੋਇਆ ਅਤੇ ਮਾਈ ਭਾਗੋ ਜੀ ਨੇ ਉਹਨਾਂ ਨੂੰ ਲਲਕਾਰਿਆ ਅਤੇ ਸਾਰੇ ਰਲ ਕੇ ਗੁਰੂ ਸਾਹਿਬ ਜੀ ਦੇ ਮਿਲਣ ਵਾਸਤੇ ਜਾਂਦੇ ਹਨ। ਅਤੇ ਅੱਗੇ ਫੌਜ, ਵਜ਼ੀਰ ਖਾਨ ਦੀ ਫੌਜ ਨਾਲ ਟਾਕਰਾ ਹੁੰਦਾ ਹੈ ਅਤੇ ਉੱਥੇ ਸਿੰਘ ਫਿਰ ਬੜੇ ਜੂਝ ਨਾਲ ਲੜਦੇ ਨੇ ਅਤੇ ਉਹ ਮੁਕਤਸਰ ਦੀ ਧਰਤੀ ਦੇ ਉੱਤੇ ਕੁਰਸਾਨ ਦਾ ਯੁੱਧ ਹੁੰਦਾ ਹੈ, ਜਿਹਦੇ ਵਿੱਚ ਸਿੰਘ ਸ਼ਹੀਦ ਹੋ ਜਾਂਦੇ। ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਮੁਗਲਾਂ ਫੌਜਾਂ ਦੀ ਹਾਰ ਹੋ ਜਾਂਦੀ ਹੈ, ਜਿੱਤ ਖਾਲਸੇ ਦੀ ਹੁੰਦੀ ਹੈ। ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹ ਢਾਬ ਤੋਂ ਥੱਲੇ ਉਤਰ ਕੇ ਦੇਖਦੇ ਨੇ, ਕੀ ਦੇਖਦੇ ਨੇ? ਭਾਈ ਮਹਾਂ ਸਿੰਘ, ਹੋਰ ਬੜੇ ਸਿੱਖ ਜਿਹੜੇ ਗਏ ਸਨ ਉਹ ਸੀਗ ਰਹੇ ਨੇ, ਕੋਈ ਸ਼ਹੀਦ ਹੋ ਗਏ ਨੇ, ਮਾਈ ਭਾਗੋ ਵੀ ਜ਼ਖਮੀ ਹੋਈ ਹੈ। ਮਹਾਰਾਜ ਉਹਨਾਂ ਦੇ ਕੋਲ ਆਉਂਦੇ ਨੇ ਅਤੇ ਭਾਈ ਮਹਾਂ ਸਿੰਘ ਨੂੰ ਦੇਖਦੇ ਨੇ, ਅਜੇ ਸਵਾਸ ਚੱਲ ਰਹੇ ਨੇ, ਅਤੇ ਫਿਰ ਮਹਾਰਾਜ ਆਪਣੇ ਸਿੱਖਾਂ ਨੂੰ ਵਰ ਦਿੰਦੇ ਨੇ, ਮੇਰਾ 10 ਹਜ਼ਾਰੀ, ਮੇਰਾ 5 ਹਜ਼ਾਰੀ, ਮੇਰਾ 20 ਹਜ਼ਾਰੀ। ਭਾਈ ਮਹਾਂ ਸਿੰਘ ਨੂੰ ਆਪਣੇ ਝੋਲੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਸੀਸ ਰੱਖਿਆ ਅਤੇ ਮਹਾਂ ਸਿਆਂ ਮੰਗ ਜੋ ਮੰਗਣਾ ਹੈ, ਜੋ ਤੂੰ ਮੰਗੇਗਾ ਅੱਜ ਤੂੰ ਦੇਵਾਂਗੇ ਤੇਰੇ, ਤੇ ਅਸੀਂ ਬੜੇ ਖੁਸ਼ ਹੋਏ ਹਾਂ।
ਉਸਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜਿਹੜਾ ਅਸੀਂ ਬਤਾਵਾ ਲਿਖ ਕੇ ਦੇ ਕੇ ਗਏ ਸਾਂ ਉਹ ਪਾੜ ਦਿਓ ਅਤੇ ਟੁੱਟੀ ਗੰਢ ਲਓ। ਬਸ ਸਾਡੇ ਕੋਲ ਗਲਤੀ ਹੋ ਗਈ, ਪਛਤਾਵਾ ਬਹੁਤ ਹੋਇਆ ਹੈ, ਤੁਸੀਂ ਕਿਰਪਾ ਕਰੋ, ਮਿਹਰ ਕਰੋ, ਸਾਨੂੰ ਟੁੱਟਿਆਂ ਹੋਇਆਂ ਨੂੰ ਗੰਢ ਲਓ। ਬਸ ਇਹੀ ਇੱਛਾ ਹੈ, ਹੋਰ ਸਾਡੀ ਕੋਈ ਇੱਛਾ ਨਹੀਂ। ਸਤਿਗੁਰੂ ਜੀ ਨੇ ਆਪਣੇ ਕਮਰ ਕੱਸੇ 'ਚੋਂ ਉਹ ਬਿਤਾਵਾ ਕੱਢਿਆ ਅਤੇ ਸਾਹਮਣੇ ਪਾੜਿਆ। ਲੈ ਵੀ ਮਹਾਂਸਿਆਂ, ਤੁਸੀਂ ਸਾਰੇ ਮੁਕਤ ਹੋ ਗਏ ਹੋ, ਕਾਲ ਪੁਰਖ ਦੇ ਘਰ ਪ੍ਰਵਾਨ ਹੋਏ, ਤੁਹਾਡੀ ਸੇਵਾ, ਤੁਹਾਡੀ ਸ਼ਹੀਦੀ ਅਜਾਇਆ ਨਹੀਂ ਜਾਏਗੀ। ਇਹ ਧਰਤੀ ਦੇ ਉੱਤੇ ਜਿਹੜਾ ਵੀ ਆਏਗਾ ਤੁਹਾਡੇ ਜੀਵਨ ਨੂੰ ਦੇਖੇਗਾ, ਇਸ ਧਰਤੀ ਦੇ ਉੱਤੇ ਮੁਕਤੀ ਦਾ ਪ੍ਰਾਪਤ ਕਰੇਗਾ। ਜਿਹੜਾ ਸਿੱਖੀ ਕਮਾ ਕੇ ਆਪਣੇ ਜੀਵਨ ਦੇ ਵਿੱਚ ਸਿੱਖੀ ਕਮਾਏਗਾ ਔਰ ਇਸ ਤਰ੍ਹਾਂ ਦਾ ਜੀਵਨ ਬਣਾਏਗਾ ਅਤੇ ਉਹ ਵੀ ਮੁਕਤ ਹੋ ਜਾਏਗਾ। ਉਹ ਮੁਕਤਸਰ ਦੀ ਧਰਤੀ ਦੇ ਉੱਤੇ ਇਹ ਦਿਨ ਮਾਘੀ ਦਾ ਮਨਾਇਆ ਜਾਂਦਾ ਹੈ। ਹਜ਼ਾਰਾਂ ਹੀ ਸੰਗਤਾਂ ਜਿਹੜੀਆਂ ਉੱਥੇ ਆ ਕੇ ਦਰਸ਼ਨ ਕਰਦੀਆਂ ਹਨ। ਅੱਜ ਦਾ ਦਿਨ ਹੈ। ਗੁਰੂ ਸਾਹਿਬ ਨੇ ਤੇ ਆਪਣੇ ਸਿੱਖਾਂ ਨੂੰ ਬੜੀਆਂ ਬਖਸ਼ਾਂ ਤੇ ਕਿਰਪਾ ਕੀਤੀਆਂ ਹੈ, ਅਗਿਆਨਤਾ ਦੇ ਹਨੇਰੇ 'ਚੋਂ ਕੱਢਿਆ। ਉਹ ਜਿਹੜਾ ਹਨੇਰਾ ਕਈ ਜਨਮਾਂ ਦਾ ਸੀ, ਮਾਘ ਦੇ ਮਹੀਨੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਬਹੁਤ ਕਿਰਪਾ ਕੀਤੀ ਹੈ। ਮਾਘ ਮੱਝਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਦੇ ਵਿੱਚ ਤੂੰ ਸਤ ਸੰਗਤ ਦੇ ਵਿੱਚ ਬੈਠ ਕੇ ਨਿਮਰਤਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰ ਅਤੇ ਉਹਨਾਂ ਗੁਰਮੁਖਾਂ ਦੀ ਸੇਵਾ ਵਿੱਚ ਕਰ। ਧੂੜੀ ਕਰ ਇਸ਼ਨਾਨ, ਉਹਨਾਂ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਹੋ ਜਾ ਅਤੇ ਸੇਵਾ ਕਰ। ਸਭ ਇਸ ਤਰ੍ਹਾਂ ਇਸ ਕਰਨ ਨਾਲ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜੇ ਦਾਨ ਕਰਨਾ ਹੈ ਤੇ ਪ੍ਰਮਾਤਮਾ ਦਾ ਨਾਮ ਤੂੰ ਜਪ ਤੇ ਹੋਰਾਂ ਨੂੰ ਜਪਾ, ਸਭ ਤੋਂ ਵੱਡਾ ਦਾਨ ਹੈ। ਇਸ ਤਰ੍ਹਾਂ ਕਰਨ ਨਾਲ ਉਹ ਫਲ ਪ੍ਰਾਪਤ ਹੁੰਦਾ ਹੈ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਜਨਮਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਕਰਮ ਨੇ ਨਾ ਉਤਰ ਜਾਂਦੇ ਹਨ ਅਤੇ ਮਨ ਵਿੱਚੋਂ ਜਿਹੜਾ ਗੁਮਾਨ, ਜਿਹੜਾ ਹੰਕਾਰ ਹੈ, ਦੂਰ ਹੋ ਜਾਂਦਾ ਹੈ। ਸਤ ਸੰਗਤ ਐਸਾ ਸਥਾਨ ਹੈ ਜਿੱਥੇ ਆ ਕੇ ਜਨਮਾਂ ਜਨਮਾਂ ਦੀ ਮਲ ਉਤਰਦੀ ਹੈ ਅਤੇ ਜਨਮਾਂ ਜਨਮਾਂ ਦੇ ਕੀਤੇ ਹੋਏ ਕਰਮ ਜਿਹੜੇ ਹਨ ਉਹ ਮਿਟ ਜਾਂਦੇ ਹਨ ਅਤੇ ਹੋਰਾਂ ਨੂੰ ਨਾਲ ਜੋੜਨ ਨਾਲ, ਸਤਸੰਗ 'ਚ ਲਿਆਉਣ ਨਾਲ ਸਭ ਤੋਂ ਵੱਡਾ ਇਹ ਦਾਨ ਇਹ ਹੈ। ਕਲਯੁਗ ਮੇਂ ਕੀਰਤਨ ਪ੍ਰਧਾਨਾ। ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਹੀ ਸਭ ਤੋਂ ਉੱਤਮ ਹੈ। ਗੁਰਮੁਖ ਜਪੀਏ ਲਾਏ ਧਿਆਨ। ਗੁਰਮੁਖ ਜਪੀਏ, ਗੁਰਮੁਖ ਜਪਦੇ ਹਨ, ਧਿਆਨ ਲਾਉਂਦੇ ਹਨ, ਸਭ ਤੋਂ ਵੱਡਾ ਇਹ ਕੰਮ ਹੈ। ਕਲਯੁਗ ਮੇਂ ਕੀਰਤਨ ਪ੍ਰਧਾਨਾ, ਪਰਮਾਤਮਾ ਦੀ ਕੀਰਤੀ ਸਭ ਤੋਂ ਮਹਾਨ ਹੈ। ਆਪ ਜਪੇ ਅਵਰੇ ਨਾਮ ਜਪਾਏ। ਆਪ ਜਪੇ ਅਤੇ ਆਪ ਜਪੇ, ਦੂਜਿਆਂ ਨੂੰ ਨਾਮ ਜਪਾਏ। ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਆਪ ਜਪੇ ਅਵਰੇ ਨਾਮ ਜਪਾਏ। ਹਰ ਦਰਗਾਹ ਦੇ ਵਿੱਚ ਉਹਨਾਂ ਨੂੰ ਨਾ ਪਰਮਾਤਮਾ ਦੀ ਦਰਗਾਹ 'ਚ ਬਹਿਣ ਵਾਸਤੇ ਪਰਮਾਤਮਾ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਹੈ। ਇਸ ਤਰ੍ਹਾਂ ਕਰਨ ਨਾਲ, ਪਰਮਾਤਮਾ ਦੀ ਕੀਰਤੀ ਕਰਨ ਨਾਲ, ਪਰਮਾਤਮਾ ਦੇ ਨਾਮ ਜਪਣ ਨਾਲ, ਆਪ ਜਪੇ ਦੇ ਦੂਜਿਆਂ ਨੂੰ ਜਪਾਵੇ। ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਆਨ। ਸਤ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦੀ ਕੀਰਤੀ ਸੁਣਨ ਨਾਲ ਜਨਮਾਂ ਜਨਮਾਂ ਦੀ ਮੈਲ ਜਿਹੜੀ ਉਤਰਦੀ ਹੈ ਅਤੇ ਦੂਸਰਿਆਂ ਨੂੰ, ਹੋਰਾਂ ਨੂੰ ਗੁਰੂ ਦੀ ਸੰਗਤ ਨਾਲ ਜੋੜਨ ਨਾਲ, ਨਾਮ ਜਪਾਉਣ ਨਾਲ ਸਭ ਤੋਂ ਵੱਡਾ ਦਾਨ ਹੈ। ਅਤੇ ਕਾਮ ਕ੍ਰੋਧ ਨਾ ਮੋਹੀਏ, ਫਿਰ ਕਾਮ ਕ੍ਰੋਧ ਤੋਂ ਵੀ ਛੁਟਕਾਰਾ ਹੁੰਦਾ ਹੈ। ਕਾਮ ਕ੍ਰੋਧ ਦੇ ਵਿੱਚ ਬੰਦਾ ਮੋਹਦਾ ਨਹੀਂ। ਕੋਈ ਕਾਮ ਕ੍ਰੋਧ ਇਹੋ ਜਿਹੀ
ਕਾਮ ਦੇ ਵਿੱਚ ਬੰਦਾ ਅੰਨਾ ਹੋ ਜਾਂਦਾ, ਉਹਨੂੰ ਕੋਈ ਆਪਣਾ ਸੁਝਦਾ ਨਹੀਂ। ਕ੍ਰੋਧ ਦੇ ਵਿੱਚ ਬੰਦਾ ਕਈ ਤਰ੍ਹਾਂ ਦੇ ਮੂੰਹ ਚ ਵਿੱਚੋਂ ਗੱਲਾਂ ਕਰਕੇ ਇੱਕ ਦੂਜੇ ਦਾ ਮਨ ਜਿਹੜਾ ਹੈ ਪਰੇਸ਼ਾਨ ਕਰਦਾ ਹੈ। ਇਹ ਇੰਨੀ ਵੱਡੀ ਇਹ ਖਤਰਨਾਕ ਕਾਮ ਕ੍ਰੋਧ ਦੀ ਬਿਮਾਰੀ ਹੈ। ਪੰਜ ਦੂਤ ਜਿਹੜੇ ਪੰਜ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਇੱਕੋ ਇੱਕ ਤਰੀਕਾ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਸਿਮਰਨ ਅਤੇ ਨਾਮ ਜਪਣਾ। ਫਿਰ ਇਹ ਜਿਹੜੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਾਂ ਦੀ ਤਾਂ ਤੇ ਐਨਸ ਭਾਗੋ। ਹੇ ਸਤਿਜਣੋ, ਆਪਣੇ ਮਨ ਦਾ ਮਾਣ ਤਿਆਗੋ ਤੇ ਕਾਮ ਕ੍ਰੋਧ ਦੀ ਸੰਗਤ ਦੇ ਨੇੜੇ ਨਾ ਜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਤੇ ਸਤ ਸੰਗਤ ਵਿੱਚ ਆਓ, ਸਤ ਸੰਗਤ 'ਚ ਆ ਕੇ ਇਹਨਾਂ ਜਿਹੜੀਆਂ ਬਿਰਤੀਆਂ ਤੋਂ ਨਾ ਛੁਟਕਾਰਾ ਹੁੰਦਾ ਹੈ। ਕਾਮ ਕ੍ਰੋਧ ਨਾ ਮੋਹੀਏ, ਬਿਨਸੇ ਲੋਭ ਸੁਆਨ। ਸਤ ਸੰਗਤ ਵਿੱਚ ਆਉਣ ਨਾਲ ਕਾਮ ਕ੍ਰੋਧ ਤੋਂ ਬਚਿਆ ਜਾਂਦਾ ਹੈ। ਤੇ ਜਿਹੜਾ ਮਨ ਦੇ ਵਿੱਚ ਲੋਭ ਹੈ ਨਾ, ਉਹਦੇ ਤੋਂ ਵੀ ਛੁਟਕਾਰਾ ਹੁੰਦਾ ਹੈ। ਇੱਕੋ ਇੱਕ ਤਰੀਕਾ ਹੈ, ਸਤਿਗੁਰ ਦੀ ਸੰਗਤ ਵਿੱਚ ਆਉਣ ਦਾ। ਸਤ ਸੰਗਤ ਕੈਸੀ ਜਾਣੀਏ, ਇੱਥੇ ਇੱਕੋ ਨਾਮ ਵਿਖਾਣੀਏ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਦਿਖਾਈ ਜੀ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕ ਨਾਮ ਦੀ ਮਹਿਮਾ ਹੈ। ਸਾਤ ਸੰਗ ਸੱਚਖੰਡ ਹੈ, ਭਉ ਭਗਤ ਅਬਿਨਾਸੀ। ਕਿਉਂ ਵਰਨਾ ਉਪਦੇਸ਼ ਕਰ ਗੁਰਮੁਖ ਪ੍ਰਗਾਸੀ। ਸਤ ਸੰਗਤ ਸੱਚਖੰਡ ਹੈ, ਜਿੱਥੇ ਇੱਕ ਨਾਮ ਦੀ ਮਹਿਮਾ ਹੁੰਦੀ, ਜਿੱਥੇ ਚੌਹਾਂ ਵਰਨਾਂ ਨੂੰ ਉਪਦੇਸ਼ ਦਿੱਤਾ ਜਾਂਦਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਹੈ, ਹੋਰ ਕੋਈ ਨਹੀਂ। ਸਾਧ ਸੰਗਤ ਸੱਚਖੰਡ ਹੈ, ਭਉ ਭਗਤ ਅਬਿਨਾਸੀ। ਚੌ ਵਰਨਾ ਉਪਦੇਸ਼ ਕਰ ਗੁਰਮੁਖ ਪ੍ਰਗਾਸੀ। ਪੈਰੀ ਪੈ ਟਕਾ ਹੋਏ ਗੁਰਮੁਖ ਰਹਿ ਰਾਸੀ। ਮਾਇਆ ਵਿੱਚ ਉਦਾਸ ਗਤ ਆਸ ਨਿਰਾਸੀ। ਸਤ ਸੰਗਤ ਵਿੱਚ ਆ ਕੇ ਜੀਵਨ 'ਚ ਬਦਲਾਅ ਹੁੰਦਾ ਹੈ, ਜਿੱਥੇ ਇੱਕ ਨਾਮ ਦੀ ਮਹਿਮਾ ਹੈ, ਜਿੱਥੇ ਚੌਹਾਂ ਵਰਨਾਂ ਨੂੰ ਉਪਦੇਸ਼ ਦਿੱਤਾ ਜਾਂਦਾ, ਉਹ ਗੁਰੂ ਦੀ ਸੰਗਤ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਹੈ। ਚੌਹਾਂ ਵਰਨਾਂ ਨੂੰ ਇੱਕ ਉਪਦੇਸ਼ ਹੈ, ਵਾਹਿਗੁਰੂ ਦਾ ਨਾਮ ਜਪਣਾ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਕਾਮ ਕ੍ਰੋਧ ਨਾ ਮੋਹੀਏ, ਬਿਨਸੇ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਇਹ ਹੈ ਸੱਚਾ ਮਾਰਗ। ਮਹਾਰਾਜ ਨੇ ਸਭ ਤੋਂ ਪਹਿਲਾਂ ਕਿਰਪਾ ਕੀਤੀ ਹੈ ਭਈ ਮਾਘ ਦੇ ਮਹੀਨੇ ਦੇ ਵਿੱਚ ਸਤ ਸੰਗਤ ਕਰ, ਜਨਮਾਂ ਜਨਮਾਂ ਦੀ ਮੈਲ ਉਤਰੇਗੀ, ਮਨ 'ਚ ਹੰਕਾਰ ਜਾਏਗਾ। ਦੂਜੀ ਕਿਰਪਾ ਵੀ ਕਾਮ ਕ੍ਰੋਧ ਦਾ ਪ੍ਰਭਾਵ ਨਹੀਂ ਪਵੇਗਾ, ਤੇ ਮਨ ਦੇ ਜਿਹੜਾ ਲੋਭ ਹੈ ਨਾ, ਉੱਥੋਂ ਵੀ ਛੁਟਕਾਰਾ ਹੋਏਗਾ, ਸਿਰਫ ਨਾਮ ਜਪਣ ਨਾਲ, ਸਾਧ ਸੰਗਤ ਵਿੱਚ ਆਉਣ ਨਾਲ। ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ, ਹੋਰ ਕਰਮ ਕਰਨ ਦੇ ਨਾਲ ਇਹ ਬਿਰਤੀਆਂ ਨਹੀਂ ਜਾਣਗੀਆਂ। ਤੇ ਇਹ ਮਾਰਗ ਹੈ ਸੱਚਾ। ਤੇ ਮਾਰੇ ਕਹਿੰਦੇ ਨੇ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਸੱਚੇ ਮਾਰਗ ਚਲਦਿਆਂ ਹੋਇਆ ਨਾ, ਸਾਰਾ ਜਹਾਨ ਉਸਤਤ ਕਰੇਗਾ, ਕਿਉਂਕਿ ਉਸ ਮਨੁੱਖ ਦਾ ਜਿਹੜਾ ਜੀਵਨ ਨਿਰਮਲ ਹੋ ਜਾਏਗਾ। ਉਹਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ, ਉਹਦੇ ਕਿਰਦਾਰ ਨੂੰ, ਉਹਦੇ ਜੀਵਨ ਨੂੰ ਦੇਖ ਕੇ ਹੀ ਲੋਕੀ ਜਿਹੜੇ ਨਾ ਕਹੀ ਗੁਰੂ ਵਾਲੇ ਪਰਮਾਤਮਾ ਵਾਲੇ ਪਾਸੇ ਲੱਗ ਜਾਣਗੇ, ਕਿਉਂਕਿ ਜੀਵਨ ਬਦਲੇ ਤੇ ਫਿਰ ਜਾ ਕੇ ਦੂਜਿਆਂ ਦੇ ਅਸਰ ਹੁੰਦਾ ਹੈ। ਜੀਵਨ ਜਿਹੜਾ ਹੈ ਇਹ ਪਵਿੱਤਰ ਹੋਣ ਦਾ ਤਰੀਕਾ ਸਤ ਸੰਗਤ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਇਹ ਭਾਈ ਸਤ ਸੰਗਤ ਸਰੋਵਰ ਦੇ ਵਿੱਚ ਜਿਹੜਾ ਆਏਗਾ ਉਹ ਤਰੇਗਾ। ਤਿੰਨ ਬਖਸ਼ਾਂ ਹੋਣਗੀਆਂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਗੁਰੂ ਦੀ ਕਿਰਪਾ ਮਿਲੇਗੀ ਤੇ ਪਰਮ ਪਦ, ਉਹ ਪਰਮ ਪਦ ਜਿਹੜਾ ਗੁਰਮੁਖਾਂ ਦਾ, ਉਹ ਮਿਲੇਗਾ। ਤੇ ਜਿਹੜਾ ਜਨਮਾਂ ਜਨਮਾਂ ਦਾ ਜਿਹੜਾ ਮਨ ਜਿਹੜਾ ਨਾ
ਮਾਇਆ ਦੇ ਵਿੱਚ ਲੀਨ ਹੋ ਕੇ ਕਰਮ ਕਰ ਕਰਕੇ ਖੁਆਰ ਹੋ ਗਿਆ ਹੈ, ਮਾਰੂਥਲ ਬਣ ਗਿਆ, ਹਰਾ ਹੋ ਜਾਏਗਾ, ਉਹ ਹਰਾ ਭਰਾ ਹੋ ਜਾਏਗਾ। ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ। ਸਾਰਾ ਜਹਾਨ ਜਿਹੜਾ ਨਾ ਇਸ ਮਾਰਗ ਦੇ ਚਲਦਿਆਂ ਉਸਤ ਕਰਦਾ ਹੈ, ਮਾਣ ਕਰਦਾ ਹੈ। ਅਠ ਸੜ ਤੀਰਥ ਸਗਲ ਪੁਨ ਜੀ ਦਇਆ ਪਰਮਾਨ। ਗੁਰੂ ਦੀ ਸੰਗਤ ਕਰਨ ਨਾਲ, ਨਾਮ ਜਪਣ ਦੇ ਨਾਲ ਸਾਰੇ ਹੀ ਜਿਹੜੇ ਚੰਗੇ ਕਰਮ ਜਿਹੜੇ ਹਨ ਉਹ ਸਫਲ ਹੋ ਜਾਂਦੇ ਹਨ। ਸਮਝੋ ਵੀ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਉਹਨਾਂ ਨੇ 68 ਤੀਰਥਾਂ ਦੇ ਇਸ਼ਨਾਨ ਕਰ ਲਏ, ਦਇਆ ਕਰ ਲਈ, ਪੁੰਨ ਕਰ ਲਏ, ਕਿਉਂਕਿ ਉਹ ਜੀਵਨ ਹੀ ਇਸ ਤਰ੍ਹਾਂ ਦਾ ਬਣ ਜਾਏਗਾ। ਸਤ ਸੰਗਤ ਕਰਨ ਨਾਲ, ਨਾਮ ਜਪਣ ਨਾਲ, ਬਾਣੀ ਪੜ੍ਹਨ ਨਾਲ ਅੰਦਰ ਦਇਆ ਆਏਗੀ, ਧੀਰਜ ਸੰਤੋਖ ਆਏਗਾ, ਤੇ ਕਿਸੇ ਦੇ ਉੱਤੇ ਜ਼ੁਲਮ ਹੁੰਦਾ ਹੋਇਆ ਦੇਖ ਕੇ ਗੁਰੂ ਦਾ ਸਿੱਖ ਉਸ ਜ਼ੁਲਮ ਨੂੰ ਮਿਟਾਉਣ ਵਾਸਤੇ ਆਪਣਾ ਆਪ ਵਾਰ ਦੇਵੇਗਾ। ਇਹ ਸਭ ਤੋਂ ਵੱਡਾ ਦਾਨ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਸ ਦੇ ਉੱਤੇ ਕਿਰਪਾ ਕਰੇ, ਇਹੋ ਜਿਹਾ ਜੀਵਨ ਉਹਦਾ ਬਣਦਾ ਹੈ, ਤੇ ਉਹੀ ਪੁਰਖ ਸੁਜਾਨ, ਉਹੀ ਮਨੁੱਖ, ਉਹੀ ਗੁਰਮੁਖ ਸੱਚਾ ਤੇ ਸੁੱਚਾ ਹੈ, ਜਿਹਦੇ ਤੇ ਉਹ ਆਪ ਦਇਆ ਕਰਕੇ ਤੇ ਇਹੋ ਜਿਹਾ ਜੀਵਨ ਬਣ ਜਾਏ। ਪੂਰਾ ਥਾੜ ਬਣਾਇਆ ਪੂਰੇ ਵੇਖੋ ਏਕ ਸਮਾਨਾ। ਇਸ ਪਰਪੰਚ ਮੇਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ, ਸਤਿਗੁਰ ਮਾਹੇ ਸਮਾਣਾ। ਇਹ ਬਾਣੀ ਜੋ ਜੀਵ ਜਾਣੇ ਅੰਤਰ ਰਵੇ ਹਰ ਨਾਮਾ। ਇਹ ਸਾਰਾ ਅਕਾਲ ਪੁਰਖ ਨੇ ਬਣਾਇਆ ਹੈ ਸਿਸਟਮ। ਪੂਰੇ ਵੇਖੋ ਏਕ ਸਮਾਨਾ। ਇਸ ਪਰਪੰਚ ਮੇਂ, ਇਸ ਸੰਸਾਰ ਦੇ ਵਿੱਚ ਸੱਚੇ ਨਾਮ ਦੀ ਵਡਿਆਈ ਹੈ। ਪੂਰਾ ਥਾੜ ਬਣਾਇਆ ਪੂਰੇ ਵੇਖੋ ਏਕ ਸਮਾਨਾ। ਇਸ ਪਰਪੰਚ ਮੇਂ ਸੱਚੇ ਨਾਮ ਕੀ ਵਡਿਆਈ, ਸੱਚੇ ਨਾਮ ਦੀ ਵਡਿਆਈ। ਜਿਹੜਾ ਬਾਣੀ ਨਾਲ ਜੁੜ ਗਿਆ, ਜਿਹਨੇ ਗੁਰੂ ਦੀ ਮੱਤ ਧਾਰਨ ਕਰ ਲਈ, ਉਹ ਗੁਰੂ ਵਰਗਾ ਹੀ ਹੋ ਗਿਆ। ਇਹ ਬਾਣੀ ਜੀਵਨ ਅੰਤਰ ਰਵੇ ਹਰ ਨਾਮਾ। ਸਤਿਗੁਰ ਕੀ ਜਿਸ ਨੂੰ ਮਤ ਆਵੇ, ਸਤਿਗੁਰ ਮਾਹੇ ਸਮਾਣਾ। ਜਿਹਨੂੰ ਸਤਿਗੁਰ ਦੀ ਮੱਤ ਆ ਜੇ, ਉਹ ਸਤਿਗੁਰ ਦੇ ਵਿੱਚ ਸਮਾ ਜਾਂਦਾ ਹੈ, ਸਦਾ ਵਾਸਤੇ ਚਰਨਾਂ ਵਿੱਚ ਲੀਨ ਹੋ ਜਾਂਦਾ। ਉਹਦਾ ਜੀਵਨ ਹੀ ਪਵਿੱਤਰ ਤੇ ਨਿਰਮਲ ਹੋ ਜਾਂਦਾ ਹੈ। ਇਹ ਤਰੀਕਾ ਹੈ ਨਾਮ ਜਪਣਾ। ਮਤ ਕੋਈ ਗੁਮਾਨ ਕਰੇ ਕਿ ਮੈਂ ਕਰਮ ਕਾਂਡ ਕਰਕੇ ਤੇ ਮੈਂ ਐਡਾ ਵੱਡਾ ਕੋਈ ਉੱਚਾ ਜੀਵਨ ਪ੍ਰਾਪਤ ਕਰ ਲਾਂਗਾ, ਨਹੀਂ ਹੋ ਸਕਦਾ। ਸੱਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਸੱਚੇ ਨਾਮ ਦੀ ਵਡਿਆਈ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਹਲ ਤਪਤ ਮੁਖ ਉਜਲ ਹੋਈਏ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਜਪ ਮਨ ਸਤਨਾਮ। ਨਾਮ ਜਪਣ ਦੀ ਹੀ ਪ੍ਰੇਰਨਾ ਸਤਿਗੁਰੂ ਜੀ ਹਰ ਮਹੀਨੇ 'ਚ ਦਿੰਦੇ ਨੇ। ਚਾਹੇ ਕੋਈ ਪੋਹ ਦਾ ਮਹੀਨਾ ਹੋਵੇ, ਚਾਹੇ ਮਾਘ ਦਾ ਮਹੀਨਾ ਹੋਵੇ, ਗੱਲ ਤਾਂ ਨਾਮ ਜਪਣ ਵਾਸਤੇ ਸੱਚੇ ਪਾਤਸ਼ਾਹ ਜੀ ਕਨਵਰਟ ਕਰਨਾ ਚਾਹੁੰਦੇ ਨੇ ਦੂਸਰੇ ਕਰਮਾਂ ਦੇ ਵਿੱਚੋਂ। ਸਾਰੀ ਉਮਰ ਬਾਹਰਲੇ ਕਰਮ ਕਰੀ ਜਾਵੇ, ਉਹ ਪਾਣੀ ਦੇ ਵਿੱਚ ਮਦਾਨੀ ਮਾਰਨ ਵਾਲੀ ਗੱਲ ਹੈ। ਤੇ ਜਿਹੜਾ ਕੋਈ ਨਾਮ ਜਪ ਲਵੇ ਸਾਧ ਸੰਗਤ 'ਚ ਆ ਕੇ, ਉਹ ਤਤ ਪ੍ਰਾਪਤ ਕਰ ਲੈਂਦਾ ਹੈ। ਉਹ ਤਤ ਦੀ ਪ੍ਰਾਪਤੀ ਕਰ ਲੈਂਦਾ ਹੈ, ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਸ ਨੂੰ ਦੇਵੇ ਦਇਆ ਕਰ, ਜਿਸ ਦੇ ਉੱਤੇ ਵਾਹਿਗੁਰੂ ਦਇਆ ਕਰੇ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਉਹੀ ਪੁਰਖ, ਉਹੀ ਗੁਰਮੁਖ ਸੁਜਾਨ ਤੇ ਸੱਚਾ ਤੇ ਸੁੱਚਾ ਹੋ ਜਾਂਦਾ ਹੈ, ਜਿਹਦੇ ਉੱਤੇ ਕਿਰਪਾ ਕਰਕੇ ਸਾਧ ਸੰਗਤ ਮਿਲ ਜਾਏ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਵਾਹਿਗੁਰੂ ਪ੍ਰਮਾਤਮਾ ਮਿਲ ਪਿਆ, ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹਨ ਵੀ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਸਦਕੇ ਤੇ ਬਲਿਹਾਰ ਜਾਨਾ ਹਾਂ। ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਬਣ ਗਿਆ, ਜਿਨ੍ਹਾਂ ਦਾ ਵਾਹਿਗੁਰੂ ਜੀ ਦੇ ਨਾਲ ਸੰਗ ਬਣ ਗਿਆ, ਉਹਨਾਂ ਤੋਂ ਮਹਾਰਾਜ ਕਹਿੰਦੇ ਮੈਂ ਕੁਰਬਾਨ ਤੇ ਸਦਕੇ ਜਾਣਾ।
जाको हर रंग लागो इस युग में, सो कहियत है सूरा, आत्म जिन सगल वस तांके, जाका सतगुर पूरा। जिन्हों ने हिरदे च वाहिगुरु का नाम का रंग लग गया, पंजां नूं वस च कर लिया, पूरे गुरु की शरण च आए तो वो सूरमे हो गए। उन्होंने महाराज ने महान सूरमा कहा। सरनी पावन नाम ध्यावन, सहज समावन संग। ਜਿਹੜੇ ਸ਼ਰਨ 'ਚ ਪਏ, ਨਾਮ ਧਿਆਇਆ, ਸਹਿਜ ਵਿੱਚ ਸਮਾ ਗਏ। ਉਹਨਾਂ ਨੂੰ ਹੀ ਮਹਾਰਾਜ ਨੇ ਸੂਰਮਾ ਕਿਹਾ ਤੇ ਉਹਨਾਂ ਨੂੰ ਹੀ ਮਹਾਰਾਜ ਨੇ ਮਹਾਨ ਕਿਹਾ ਹੈ, ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਨਾਮ ਜਪਿਆ ਤੇ ਹੋਰਾਂ ਨੇ ਜਪਾਇਆ। ਉਹ ਧਨਵੰਤ ਕੁਲਵੰਤ ਭਗਵੰਤ ਜੀਵਨ ਮੁਕਤ, ਜਿਸ ਹਿਰਦੇ ਭਗਵੰਤ, ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਉਹਨੂੰ ਕਿਹਾ ਮਹਾਰਾਜ ਨੇ, ਉਹ ਧਨ ਵਾਲਾ, ਉਹ ਕੁੱਲ ਵਾਲਾ, ਉੱਚੀ ਕੁੱਲ ਵਾਲਾ, ਉਹ ਪੱਤ ਵਾਲਾ, ਜਿਨ੍ਹਾਂ ਨੇ ਨਾਮ ਧਿਆਇਆ ਹੈ ਤੇ ਆਪ ਵੀ ਜਪਿਆ ਤੇ ਹੋਰਾਂ ਨੂੰ ਵੀ ਜਪਾਇਆ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਦਾ ਹੀ ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਾਂ, ਜਿਨ੍ਹਾਂ ਨੇ ਆਪ ਜਪਿਆ, ਆਪ ਮੁਕਤ ਹੋਏ ਤੇ ਹੋਰਾਂ ਨੂੰ ਮੁਕਤ ਕਰਕੇ ਚਲੇ ਗਏ। ਸੱਚੇ ਨਾਮ ਦੀ ਵਡਿਆਈ ਹੈ। ਸੱਚਖੰਡ ਦੇ ਵਿੱਚ ਵੀ ਸੱਚੇ ਨਾਮ ਦੀ ਵਡਿਆਈ ਹੈ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਤਿੱਥੇ ਖੰਡ ਮੰਡਲ ਪਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ। ਤਿੱਥੇ ਲੋ ਆਕਾਰ, ਜੇ ਜੋ ਹੁਕਮ ਤਿਵੇਂ ਤੇ ਵਿਕਾਰ। ਵੇਖੇ ਵਿਕਸੇ ਕਰ ਵਿਚਾਰ, ਨਾਨਕ ਕਥਨਾ ਕਰਨਾ ਸਾਰ। ਨਾਨਕ ਕਥਨਾ ਕਰਨਾ ਸਾਰ, ਕਥਨਾ ਸਾਰ। ਇਹ ਐਦਾਂ ਦੀ ਅਵਸਥਾ ਹੈ ਜਿੱਦਾਂ ਲੋਹੇ ਨੂੰ ਦੰਦਾਂ ਦੇ ਥੱਲੇ ਚਬਾਉਣਾ। ਸੱਚਖੰਡ ਦੀ ਅਵਸਥਾ। 5 ਅਵਸਥਾ ਗੁਰਮੁਖਤੀਆਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ। ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸੱਚਖੰਡ। ਇਹ ਸਤ ਸੰਗਤ ਦੇ ਵਿੱਚ ਆ ਕੇ ਨਾਮ ਜਪ ਕੇ ਸਿਮਰਨ ਕਰਕੇ ਗੁਰੂ ਦੀ ਸ਼ਰਨ 'ਚ ਆ ਕੇ ਹੀ ਇਹ ਅਵਸਥਾ ਬਣਨੀ ਹੈ। ਬਾਹਰਲੇ ਕਰਮ ਕਰ ਲੈਣੇ, ਤੀਰਥਾਂ ਦੇ ਇਸ਼ਨਾਨ ਕਰ ਲੈਣੇ, ਦਾਨ ਪੁੰਨ ਕਰ ਲੈਣਾ, ਹੋਰ ਕਈ ਤਰ੍ਹਾਂ ਦੀਆਂ ਪੂਜਾ ਕਰ ਲੈਣੀਆਂ, ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ। ਸਤ ਸੰਗਤ ਦੇ ਵਿੱਚ ਇੱਕ ਸ਼ਿਮਿਕ ਚਿੱਤ ਕੋਈ ਧਿਆ ਲੈਂਦਾ ਹੈ ਤੇ ਉਹਨੂੰ ਮਹਾਰਾਜ ਨੇ ਕਿਹਾ ਕਿ ਉਹ ਵਾਹਿਗੁਰੂ ਪਰਮਾਤਮਾ ਦੇ ਚਰਨਾਂ 'ਚ ਸਦਾ ਵਾਸਤੇ ਲੀਨ ਹੋ ਜਾਂਦਾ ਹੈ। ਸੰਤੋ ਸਾਗਰ ਪਾਰ ਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਉਹ ਤਰੇਗਾ। ਇਹ ਭਵ ਸਾਗਰ ਹੈ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਤਿਤ ਸਰਵੜ ਭਾਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨੀ ਚਾਲੇ, ਹਮ ਦੇਖਾ ਤੈ ਡੁਬੀ ਹਲੇ। ਮਨ ਏਕ ਨਾ ਚਿਤ ਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮਨ, ਤੂੰ ਇੱਕ ਨੂੰ ਵਿਸਾਰ ਲਿਆ ਤੇ ਤੇਰੇ ਜਿਹੜੇ ਗੁਣ ਜਿਹੜੇ ਪਰਮਾਤਮਾ ਨੇ ਦਿੱਤੇ ਸੀ ਉਹ ਗਲ ਗਏ। ਇੱਕ ਨੂੰ ਵਿਸਾਰਨ ਕਰਕੇ ਹੀ ਤੂੰ ਇਸ ਭਵ ਸਾਗਰ ਦੇ ਵਿੱਚ ਡੁੱਬ ਗਿਆ, ਚਿੱਕੜ 'ਚ ਡੁੱਬ ਗਿਆ, ਮਾਇਆ ਦੇ ਚਿੱਕੜ 'ਚ ਡੁੱਬ ਗਿਆ। ਜੇ ਤੂੰ ਵਾਹਿਗੁਰੂ ਦਾ ਨਾਮ ਜਪਿਆ, ਸਿਮਰਨ ਕੀਤਾ, ਤੈਨੂੰ ਕੋਈ ਦੁਨੀਆ ਦੀ ਤਾਕਤ ਨਹੀਂ, ਕੋਈ ਜੰਮ, ਕੋਈ ਤੇਰੇ ਨੇੜੇ ਨਹੀਂ ਆ ਸਕਦਾ। ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਭੋਗ ਸੁਨਾਹੀ, ਜਮ ਨਹੀਂ ਆਵੇ ਨੇੜੇ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਤੇ ਕਾਜੀਆਂ, ਜਿਨ ਪੂਰਾ ਗੁਰੂ ਮਿਹਰਬਾਨ। ਮਾਘ ਦੇ ਮਹੀਨੇ ਦੇ ਵਿੱਚ ਉਹ ਸੱਚੇ ਤੇ ਸੁੱਚੇ ਹੋ ਗਏ, ਜਿਨ੍ਹਾਂ ਨੂੰ ਪੂਰਾ ਗੁਰੂ ਜਿਨ੍ਹਾਂ ਉੱਤੇ ਮਿਹਰਬਾਨ ਹੋਇਆ। ਉਹ ਸਤ ਸੰਗ ਵਿੱਚ ਆ ਗਏ, ਉਹ ਆਪ ਜਪਿਆ, ਹੋਰਾਂ ਨੂੰ ਜਪਾਇਆ, ਉਹਨਾਂ ਦਾ ਜੀਵਨ ਨਿਰਮਲ ਤੇ ਪਵਿੱਤਰ ਹੋ ਗਿਆ। ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੋਇਆ, ਉਹ ਸੱਚੇ ਤੇ ਸੁੱਚੇ ਸੱਚ ਨਾਲ ਜੁੜ ਗਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਦੇ ਨੇ, ਮਿਹਰ ਕਰਦੇ ਨੇ। ਭਾਈ ਤੇਰੇ ਵਾਸਤੇ ਹਰ ਮਹੀਨਾ, ਹਰ ਸਮਾਂ ਹੀ ਪਵਿੱਤਰ ਹੈ। ਤੂੰ ਨਾਮ ਜਪ, ਸਤ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਸਿਮਰਨ, ਨਾਮ ਜਪ, ਹੋਰਾਂ ਨੂੰ ਵੀ ਜਪਾ ਤੇ ਆਪ ਵੀ ਜਪ। ਸਭ ਤੋਂ ਵੱਡਾ ਦਾਨ ਹੈ। ਇਸ ਤਰ੍ਹਾਂ ਕਰਨ ਨਾਲ ਕਾਮ, ਕ੍ਰੋਧ, ਲੋਭ ਜਿਹੜਾ ਹੈ ਆਪਾਂ ਪ੍ਰਭਾਵ ਨਹੀਂ ਪਾ ਸਕਦਾ।
ਉਹ ਮਨੁੱਖ ਜਿਹੜਾ ਸੁਜਾਨ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ, ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਕਰਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ, ਬਖਸ਼ਿਸ਼ ਕਰਨ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਬਿੰਦ ਭੁੱਲਾਂ ਹੋਈਆਂ ਜੀ। ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ। ਸਤਿਗੁਰੂ ਜੀ ਬਖਸ਼ਣਹਾਰ, ਸਤਿਗੁਰਾਂ ਦੀ ਸੰਗਤ ਬਖਸ਼ਣਹਾਰ, ਆਪ ਸਾਰਿਆਂ ਦੀ ਕਿਰਪਾ ਕਰਕੇ ਇਹ ਮਹੀਨਾ ਜਿਹੜਾ ਹੈ ਸੁੱਖ ਦਾ ਨਿਕਲੇ। ਸਾਰਿਆਂ 'ਤੇ ਮਿਹਰ ਹੋਵੇ, ਸਤ ਸੰਗਤ ਵਿੱਚ ਆਵੇ, ਸਤ ਸੰਗਤ ਆ ਕੇ ਆਪਣਾ ਜੀਵਨ ਬਦਲੇ। ਇਹੀ ਪ੍ਰੇਰਨਾ ਸਤਿਗੁਰੂ ਜੀ ਦਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।